ਹੈਲੋ एवरीवन ਮਾਈ ਸੈਲਫ ਮਨਪ੍ਰੀਤ ਐਂਡ ਵੈਲਕਮ ਹੈ ਤੁਹਾਡਾ ਨਰਸਿੰਗ ਸਕੂਪ YouTube ਚੈਨਲ ਤੇ। ਸੋ ਆਪਾਂ ਕਰ ਰਹੇ ਸੀਗੇ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਸ ਦਾ ਜੋ ਸਟਾਫ ਨਰਸਿਸ ਦਾ ਪ੍ਰੀਵੀਅਸ ਪੇਪਰ ਹੋਇਆ ਸੀਗਾ ਉਹਦੇ ਡਿਸਕਸ਼ਨ ਐਂਡ ਦਿਸ ਇਜ਼ ਦਾ ਪਾਰਟ 4 ਆਫ ਦਾ ਵੀਡੀਓਜ਼। ਸੋ ਅੱਜ ਦੀ ਵੀਡੀਓ 'ਚ ਆਪਾਂ ਨੈਕਸਟ ਕੁਐਸਚਨਸ ਨੂੰ ਡਿਸਕਸ ਕਰਾਂਗੇ। ਸੋ ਅਗਰ ਅਜੇ ਤੱਕ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਦੈਨ ਡੂ ਸਬਸਕ੍ਰਾਈਬ ਦਾ ਚੈਨਲ ਸੋ ਡੈਟ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਟਾਈਮ 'ਤੇ ਮਿਲੇ। ਐਂਡ ਅਗਰ ਤੁਹਾਨੂੰ ਵੀਡੀਓਜ਼ ਵਧੀਆ ਲੱਗ ਰਹੀਆਂ ਦੈਨ ਤੁਸੀਂ ਚੈਨਲ ਦੀ ਸਪੋਰਟ ਦੇ ਲਈ ਵੀਡੀਓਜ਼ ਨੂੰ ਲਾਈਕ ਕਰ ਸਕਦੇ ਆ, ਵੱਧ ਤੋਂ ਵੱਧ ਸ਼ੇਅਰ ਕਰੋ ਐਂਡ ਆਪਣੀ ਫੀਡਬੈਕ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਪ੍ਰੋਵਾਈਡ ਕਰਿਆ ਕਰੋ। ਸੋ ਚਲੋ ਇਸ ਦੇ ਨਾਲ ਹੀ ਸਟਾਰਟ ਕਰਦੇ ਹਾਂ ਅੱਜ ਦੀ ਵੀਡੀਓ ਦਾ ਫਰਸਟ ਕੁਐਸਚਨ। So here is the first question of today's video, question number 46. So when teaching about the dietary control of gout, the nurse evaluate that the dietary teaching is understood by the client when the client says I will avoid eating means ਕਿ gout ਦੇ ਵਿੱਚ ਤੁਸੀਂ ਕਿਹੜਾ ਇਹਨਾਂ ਦੇ ਵਿੱਚੋਂ ਅਵੋਇਡ ਕਰਨਾ ਆ ਉਹ ਤੁਸੀਂ ਦੱਸਣਾ। ਐਗਸ ਹੋ ਗਏ, ਸ਼ੈਲਫਿਸ਼ ਹੋ ਗਈ, ਦੈਨ ਫਰਾਈਡ ਪੋਲਟਰੀ ਹੋ ਗਿਆ ਐਂਡ ਕਾਟੇਜ ਚੀਜ਼ ਹੋ ਗਿਆ। ਸੋ ਇਸ ਕੁਐਸਚਨ ਦਾ ਜੋ ਰਾਈਟ ਆਨਸਰ ਸੀਗਾ ਡੈਟ ਇਜ਼ ਦਾ ਸ਼ੈਲ ਫਿਸ਼। ਸੋ ਜੋ ਸ਼ੈਲ ਫਿਸ਼ ਹੁੰਦੀ ਆ ਡੈਟ ਕੰਟੇਨਸ ਮੋਰ ਦੈਨ 100 mg ਆਫ ਪਿਊਰੀਨ ਪਰ 100 ਗ੍ਰਾਮ। ਸੋ ਪਿਊਰੀਨ ਰਿਸਟ੍ਰਿਕਟਡ ਡਾਈਟ ਹੁੰਦੀ ਆ ਗਾਊਟ ਦੇ ਵਿੱਚ, ਸੋ ਇਸ ਕਰਕੇ ਸ਼ੈਲ ਫਿਸ਼ ਇਹਦਾ ਆਨਸਰ ਹੋਣਾ ਸੀਗਾ। ਸ਼ੈਲ ਫਿਸ਼ ਨੂੰ ਅਵੋਇਡ ਕਰਨਾ ਹੁੰਦਾ। ਸੋ ਇਹਦੇ ਨਾਲ ਨਾਲ ਹੋਰ ਕੀ ਅਵੋਇਡ ਕਰਨਾ ਹੁੰਦਾ, ਆਰਗਨ ਮੀਟਸ ਹੋ ਗਏ, ਦੈਨ ਵਾਈਨ ਹੋ ਗਈ, ਏਜਡ ਚੀਜ਼ ਹੋ ਗਿਆ, ਉਹ ਸਾਰਾ ਅਵੋਇਡ ਕਰਨਾ ਹੁੰਦਾ। ਸੋ ਦ ਰਾਈਟ ਆਪਸ਼ਨ ਆਫ ਦਿਸ ਕੁਐਸਚਨ ਇਜ਼ ਆਪਸ਼ਨ ਬੀ। Okay, so with this moving towards the next question, and next question है psychiatric nursing तो so during an interview the female client tells the psychiatric nurse in a mental health clinic, sometimes I feel like life is not worth living. So client no feeling आ रही है worthlessness दी and I am going to kill myself. So suicidal ideas भी है गया। So which intervention should nurse implement? Select all that apply. So जिन्ने भी correct option हैगे आ वो तुसी select करने आ and from here, ठीक है। So options हैगे आ place the client on one-to-one supervision. So जो one-to-one supervision है, this is very stringent form of supervision in which the one staff person per shift is assigned to that one person and there should not more than 1 arm length distance from the patient. So ਜਦੋਂ ਤੱਕ ਤੁਹਾਨੂੰ ਲਿਥੈਲਿਟੀ ਨਹੀਂ ਪਤਾ ਜਾਂ ਐਬਸੋਲੂਟ ਪੋਸੀਬਿਲਿਟੀ ਨਹੀਂ ਪਤਾ, ਸਪੋਰਟ ਸਿਸਟਮ ਦਾ ਨਹੀਂ ਪਤਾ, ਉਦੋਂ ਤੱਕ 1-to-1 ਸੁਪਰਵਿਜ਼ਨ ਦੀ ਲੋੜ ਨਹੀਂ ਹੁੰਦੀ ਹੈਗੀ। ਸੋ ਨੈਕਸਟ ਹੈਗਾ ਆਸਕ ਦਾ ਕਲਾਇੰਟ ਵੈਦਰ ਸ਼ੀ ਹੈਜ਼ ਅ ਪਲਾਨ। ਯੈਸ, ਸੋ ਇਹ ਤੁਸੀਂ ਪੁੱਛਣਾ ਹੁੰਦਾ ਨਰਸ ਸ਼ੁੱਡ ਆਸਕ ਦਾ ਪੇਸ਼ੈਂਟ ਵੈਦਰ ਸ਼ੀ ਹੈਜ਼ ਅ ਪਲਾਨ ਮੀਨਸ ਕਿ ਸੁਸਾਈਡਲ ਪਲਾਨ ਹੈ ਉਹਦਾ, ਬਿਕੋਜ਼ ਜਿੰਨਾ ਉਹਦੇ ਕੋਲ ਸਪੈਸੀਫਿਕ ਪਲਾਨ ਹੋਊਗਾ ਓਨਾ ਸੀਰੀਅਸਲੀ ਹੋ ਸਕਦਾ ਹੈ ਚਾਂਸਸ ਕਿ ਉਹ ਸੁਸਾਈਡ ਨੂੰ ਅਟੈਂਪਟ ਕਰ ਸਕੇ। ਸੋ ਨੈਕਸਟ ਇਜ਼ ਅਸੈਸ ਦਾ ਕਲਾਇੰਟ ਸਪੋਰਟ ਸਿਸਟਮ। ਸੋ ਸਪੋਰਟ ਸਿਸਟਮ ਤੁਸੀਂ ਅਸੈਸ ਕਰਨਾ ਬਿਕੋਜ਼ ਦਾ ਕਲਾਇੰਟ ਹੈਜ਼ ਅ ਫੀਲਿੰਗ ਆਫ ਵਰਥਲੈਸਨੈਸ, ਠੀਕ ਹੈ। ਸੋ ਉਹਦੇ ਵਿੱਚ ਹੋਪਲੈਸਨੈਸ, ਵਰਥਲੈਸਨੈਸ ਹੈਗੀ ਆ, ਸੁਸਾਈਡਲ ਆਈਡੀਆਜ਼ ਹੈਗੇ ਆ। ਸੋ ਕਲਾਇੰਟ ਦਾ ਸਪੋਰਟ ਸਿਸਟਮ ਅਸੈਸ ਕਰਨਾ ਬਹੁਤ ਜ਼ਰੂਰੀ ਆ, ਠੀਕ ਹੈ, ਕਿ ਉਹਨੂੰ ਹੌਟਲਾਈਨ ਦੀ ਅਸੈਸ ਹੈਗੀ ਆ। ਦੈਨ ਸੈਲਫ ਹੈਲਪ ਗਰੁੱਪਸ ਹੈਗਾ ਆ ਕੋਈ ਜਾਂ ਫੈਮਿਲੀ ਗਰੁੱਪ ਦੇ ਵਿੱਚ ਉਹਦਾ ਸਪੋਰਟ ਸਿਸਟਮ ਕਿੱਦਾਂ ਦਾ ਹੈ। ਸੋ ਇਹ ਵੀ ਤੁਸੀਂ ਸਿਲੈਕਟ ਕਰਨਾ ਸੀਗਾ। ਫਿਰ ਦੈਨ ਮੇਕ ਨੋ ਸੁਸਾਈਡਲ ਕੌਨਟਰੈਕਟ ਵਿਦ ਦਾ client. Yes, so this is a correct statement. ਇਹ ਵੀ ਤੁਸੀਂ ਸਿਲੈਕਟ ਕਰਨੀ ਸੀਗੀ। No suicidal contract is first intervention the nurse implement with this type of the patient, ਠੀਕ ਹੈ। ਸੋ ਇਹਦੇ ਵਿੱਚ ਕੀ ਹੁੰਦਾ ਹੈ, no suicidal contract ਦੇ ਵਿੱਚ ਤੁਸੀਂ ਪੇਸ਼ੈਂਟ ਨੂੰ ਕਹਿਣਾ ਹੁੰਦਾ ਕਿ ਅਗਰ ਸੁਸਾਈਡਲ ਆਈਡੀਆਜ਼ ਆ ਰਹੇ ਆ ਦੈਨ ਉਸੇ ਟਾਈਮ ਤੇ ਤੁਸੀਂ ਆਪਣੀਆਂ ਫੀਲਿੰਗਸ ਵੈਂਟੀਲੇਟ ਕਰਨੀਆਂ ਵਿਦ ਦਾ ਨਰਸ, ਠੀਕ ਹੈ, ਸੋ ਡੈਟ ਕਿ ਪੇਸ਼ੈਂਟ ਆਪਣੇ ਥਾਟਸ ਦੇ ਉੱਤੇ ਐਕਟ ਨਾ ਕਰ ਸਕੇ। ਸੋ ਦਿਸ ਇਜ਼ ਅ no suicidal contract. ਸੋ ਇਹ ਤਾਂ ਬਿਲਕੁਲ ਸਹੀ ਸੀਗਾ। ਸੋ ਆਪਸ਼ਨ ਈ ਇਜ਼ ਕੋਮਿਟ ਦਾ ਕਲਾਇੰਟ ਟੂ ਦਾ ਸਾਈਕੈਟ੍ਰਿਕ ਯੂਨਿਟ। ਸੋ ਇਹ ਇੰਟਰਵੈਂਸ਼ਨ ਵੀ ਸਹੀ ਨਹੀਂ ਹੈਗੀ ਬਿਕੋਜ਼ ਸਾਈਕੈਟ੍ਰਿਕ ਯੂਨਿਟ 'ਚ ਲੈ ਕੇ ਆਉਣ ਤੋਂ ਪਹਿਲਾਂ ਤੁਸੀਂ ਲਿਥੈਲਿਟੀ ਚੈੱਕ ਕਰਨੀ ਹੁੰਦੀ ਹੈ, ਐਬਸੋਲੂਟ ਪੋਸੀਬਿਲਿਟੀ ਦੇਖਣੀ ਹੁੰਦੀ ਹੈ, ਦੈਨ ਸਪੋਰਟ ਸਿਸਟਮ ਜੋ ਵੀ ਅਵੇਲੇਬਲ ਹੈਗਾ ਉਹ ਸਾਰਾ ਇਨਕੁਆਇਰ ਕਰਨਾ ਹੁੰਦਾ ਆ, ਉਸ ਤੋਂ ਬਾਅਦ ਇਹ ਆਪਸ਼ਨ ਆਉਣਾ ਸੀਗਾ। ਸੋ ਇਹ ਵੀ ਤੁਸੀਂ ਸਿਲੈਕਟ ਨਹੀਂ ਕਰਨਾ ਸੀਗਾ ਇੱਥੇ। ਸੋ ਇੱਥੇ ਜੋ ਰਾਈਟ ਆਪਸ਼ਨ ਬਣਦੇ ਸੀਗੇ ਡੈਟ ਇਜ਼ ਬੀ ਸੀ ਡੀ, ਠੀਕ ਹੈ, 3 ਬਣਦੇ ਸੀਗੇ। ਸੋ ਬੀ ਸੀ ਡੀ ਆਪਸ਼ਨ ਸੀ ਇਹਦਾ ਰਾਈਟ ਆਨਸਰ ਸੀਗਾ ਇਸ ਕੁਐਸਚਨ ਦਾ। Okay, so with this moving toward the next question. Okay, so next question is from the psychiatric nursing again. A client diagnosed with the schizophrenia, which is a psychotic disorder, is experiencing the anhedonia. So what is anhedonia? ਇਹ ਪਤਾ ਹੋਣਾ ਚਾਹੀਦਾ ਬਿਕੋਜ਼ ਅਗਰ anhedonia ਨਹੀਂ ਪਤਾ ਕੀ ਹੁੰਦਾ ਹੈ ਦੈਨ ਇਸ ਕੁਐਸਚਨ ਨੂੰ ਸੋਲਵ ਨਹੀਂ ਕੀਤਾ ਜਾ ਸਕਦਾ ਸੀਗਾ। ਸੋ ਵੈਸੇ ਵੀ ਕਈ ਵਾਰੀ ਇਹੋ ਜਿਹੀਆਂ ਟਰਮਸ ਦੇ ਉੱਤੇ ਡਾਇਰੈਕਟ ਮੀਨਿੰਗ ਪੁੱਛੇ ਜਾਂਦੇ ਆ। So which nursing diagnosis address the concern regarding this client problem? So anhedonia ਕੀ ਹੁੰਦਾ? Anhedonia is inability to feel the
ਪਲੇਅਰ, ਕਿ ਪੇਸ਼ੈਂਟ ਨੂੰ ਕਿਸੇ ਵੀ ਕੰਮ ਕਰਨ ਦੇ ਵਿੱਚ ਜਾਂ ਕੋਈ ਵੀ ਸਿਚੁਏਸ਼ਨ 'ਚ ਉਹਨੂੰ ਖੁਸ਼ੀ ਮਹਿਸੂਸ ਨਹੀਂ ਹੋਊਗੀ, ਠੀਕ ਹੈ, ਪਰਸਿਸਟੈਂਟ ਸੈਡਨੈਸ ਆਫ ਮੂਡ ਰਹੂਗਾ ਉਹਨੂੰ। ਸੋ ਜਦ ਐਨਹਾਈਡੋਨੀਆ ਆ ਜਾਂਦਾ ਕਿ ਪੇਸ਼ੈਂਟ ਕਿਸੇ ਵੀ ਕੰਡੀਸ਼ਨ 'ਚ ਖੁਸ਼ੀ ਫੀਲ ਕਰ ਹੀ ਨਹੀਂ ਸਕਦਾ, ਦੈਨ ਕਿਹੜਾ ਨਰਸਿੰਗ ਡਾਇਗਨੋਸਿਸ ਇਹਨਾਂ 'ਚੋਂ ਬਣੂਗਾ। ਸੋ ਆਪਸ਼ਨਸ ਆ ਡਿਸਟਰਬਡ ਸੈਂਸਰੀ ਪਰਸੈਪਸ਼ਨ, ਡਿਸਟਰਬਡ ਥਾਟ ਪ੍ਰੋਸੈਸ, ਰਿਸਕ ਫॉर ਸੁਸਾਈਡ, ਐਂਡ ਆਪਸ਼ਨ ਡੀ ਇਜ਼ ਇੰਪੇਅਰਡ ਵਰਬਲ ਕਮਿਊਨੀਕੇਸ਼ਨ। ਸੋ ਦੇਖੋ ਐਨਹਾਈਡੋਨੀਆ 'ਚ ਪੇਸ਼ੈਂਟ ਨੂੰ ਕਿਸੇ ਵੀ ਕੰਡੀਸ਼ਨ 'ਚ ਕਿਸੇ ਵੀ ਸਿਚੁਏਸ਼ਨ ਦੇ ਵਿੱਚ ਪਲੇਅਰ ਨਹੀਂ ਫੀਲ ਹੋਣਾ, ਠੀਕ ਹੈ, ਉਹਨੂੰ ਖੁਸ਼ੀ ਨਹੀਂ ਫੀਲ ਹੋਣੀ ਹੈਗੀ। ਦੈਨ ਕੀ ਕਰੂਗਾ, ਉਹਨੂੰ ਵਰਥਲੈਸਨੈਸ ਹੋਊਗੀ, ਹੋਪਲੈਸਨੈਸ ਹੋਊਗੀ, ਐਂਡ ਪੇਸ਼ੈਂਟ ਇਜ਼ ਐਟ ਰਿਸਕ ਫॉर ਕਮਿਟਿੰਗ ਦੀ ਸੁਸਾਈਡ, ਠੀਕ ਹੈ। ਸੋ ਇਹਦਾ ਰਾਈਟ ਆਨਸਰ ਸੀਗਾ ਆਪਸ਼ਨ ਸੀ, ਠੀਕ ਹੈ। ਸੈਂਸਰੀ ਪਰਸੈਪਸ਼ਨ ਤਾਂ ਹੋ ਨਹੀਂ ਸਕਦਾ ਬਿਕੋਜ਼ ਇੱਥੇ ਕਿਤੇ ਵੀ ਹੈਲੂਸੀਨੇਸ਼ਨ ਨਹੀਂ ਲਿਖਿਆ ਪੇਸ਼ੈਂਟ ਨੂੰ ਹੋ ਰਹੀ, ਠੀਕ ਹੈ, ਐਨਹਾਈਡੋਨੀਆ ਟਰਮ ਯੂਜ਼ ਹੋਈ ਆ। ਸੋ ਡਿਸਟਰਬ ਥਾਟ ਪ੍ਰੋਸੈਸ ਦਾ ਮਤਲਬ ਕੀ ਹੈ ਕਿ ਪੇਸ਼ੈਂਟ ਨੂੰ ਕੋਈ ਥਾਟ ਡਿਸਆਰਡਰ ਆ, ਲਾਈਕ ਡਿਲੂਜਨਸ ਹੋ ਰਹੇ ਆ, ਠੀਕ ਹੈ। ਸੋ ਉਹਦੇ ਲਈ ਐਨਹਾਈਡੋਨੀਆ ਦਾ ਕੋਈ ਕਨੈਕਸ਼ਨ ਨਹੀਂ ਹੈਗਾ। ਦੈਨ ਹੈਗਾ ਆ ਇੰਪੇਅਰਡ ਵਰਬਲ ਕਮਿਊਨੀਕੇਸ਼ਨ, ਇੰਪੇਅਰਡ ਵਰਬਲ ਕਮਿਊਨੀਕੇਸ਼ਨ ਵੀ ਹੋਣਾ ਆ ਅਗਰ ਪੇਸ਼ੈਂਟ ਨੂੰ ਐਨਹਾਈਡੋਨੀਆ ਹੈਗਾ, ਬਟ ਇੱਥੇ ਜੋ ਮੇਨ ਪ੍ਰਾਇੋਰਿਟੀ ਬਣੂਗੀ ਡੈਟ ਇਜ਼ ਦੀ ਰਿਸਕ ਫॉर ਸੁਸਾਈਡ। Okay, so next question is, a nurse is planning to use a newborn foot to obtain the blood for required newborn metabolic testing. So what part of foot is best site to use for the puncture? Big toe, foot pad, inner sole or outer heel? So देखो जो newborn heel stick test हैगा, it is given to the babies 24 to 48 hours after the birth for the screening of the metabolic and hormonal disorders that don't show the symptoms at the birth time but can be dangerous if left untreated, ठीक है। So that this test involves pricking the baby heel to take a tiny sample of the blood, ठीक है। So baby ਦੀ ਆਪਾਂ outer heel use ਕਰਦੇ ਹਾਂ to take the sample। ਕਿਉਂ ਆਪਾਂ heel use ਕਰਦੇ ਹਾਂ? Because it is a viable source of the blood when capillary blood is accepted as a sample for testing, ठीक है। So the right option ਹੈਗਾ ਆ option D। So next question देखते हैं हम। Next question is, in assessing a child thyroid status, which of the following assessment findings should be documented as a subjective finding? So ਇਹ question ਆਇਆ ਆ ਫੰਡਾਮੈਂਟਲ ਆਫ ਨਰਸਿੰਗ ਦਾ ਆ, ਜਿਹਦੇ ਵਿੱਚ ਤੁਸੀਂ ਸਬਜੈਕਟਿਵ ਐਂਡ ਆਬਜੈਕਟਿਵ ਡਾਟਾ ਇੱਕ ਪੜ੍ਹਿਆ ਹੋਣਾ, ਠੀਕ ਹੈ। ਸੋ ਇਹਦੇ ਵਿੱਚੋਂ ਕਿਹੜਾ ਸਬਜੈਕਟਿਵ ਫਾਈਂਡਿੰਗ ਆ, ਸਬਜੈਕਟਿਵ ਸਾਈਨ ਆ, ਉਹ ਤੁਸੀਂ ਫਾਈਂਡ ਆਊਟ ਕਰਨਾ। ਸੋ ਸਬਜੈਕਟਿਵ ਫਾਈਂਡਿੰਗ ਦਾ ਮਤਲਬ ਕੀ ਆ, ਜੋ ਕਿ ਤੁਹਾਨੂੰ ਸਬਜੈਕਟ ਆ ਕੇ ਦੱਸਦਾ, ਠੀਕ ਹੈ, ਜੋ ਕਿ ਤੁਹਾਨੂੰ ਪੇਸ਼ੈਂਟ ਆ ਕੇ ਦੱਸੂਗਾ। ਸੋ ਡੈਟ ਇਜ਼ ਦੀ ਸਬਜੈਕਟਿਵ ਫਾਈਂਡਿੰਗ। ਸੋ ਪੇਸ਼ੈਂਟ ਆ ਕੇ ਤੁਹਾਨੂੰ ਦੱਸ ਸਕਦਾ ਹੈ ਕਿ ਮੈਨੂੰ ਫੈਟੀਗ ਫੀਲ ਹੁੰਦੀ ਆ, ਮੈਨੂੰ ਵੀਕਨੈਸ ਫੀਲ ਹੁੰਦੀ ਆ। ਸੋ ਇੱਥੇ ਫੈਟੀਗ ਇਜ਼ ਅ ਸਬਜੈਕਟਿਵ ਸਾਈਨ। ਬਹੁਤ ਈਜ਼ੀ ਕੁਐਸਚਨ ਸੀਗਾ ਇਹ ਤਾਂ। ਵੇਟ ਲੋਸ, ਸੋ ਪੇਸ਼ੈਂਟ ਇੱਦਾਂ ਦੱਸ ਸਕਦਾ ਕਿ ਠੀਕ ਆ ਕਿ ਮੇਰਾ 1 ਮਹੀਨਾ ਪਹਿਲਾਂ ਇੰਨਾ ਵੇਟ ਸੀ, 2 ਮਹੀਨੇ ਪਹਿਲਾਂ ਇੰਨਾ ਵੇਟ ਸੀਗਾ, ਐਂਡ ਤੁਸੀਂ ਕੈਲਕੂਲੇਟ ਕਰਕੇ ਦੱਸੋਗੇ ਕਿ ਵੇਟ ਲੋਸ ਹੋ ਰਿਹਾ। ਸੋ ਇਟ ਇਜ਼ ਅ ਆਬਜੈਕਟਿਵ ਫਾਈਂਡਿੰਗ। ਹਾਈਪਰਟੈਂਸ਼ਨ, ਤੁਸੀਂ ਬੀਪੀ ਚੈੱਕ ਕਰੋਗੇ, ਠੀਕ ਹੈ, ਤੁਸੀਂ ਡਾਇਗਨੋਸ ਕਰਨਾ ਹੈ ਪੇਸ਼ੈਂਟ ਦੀ ਕੰਡੀਸ਼ਨ ਨੂੰ, ਐਂਡ ਪੇਸ਼ੈਂਟ ਦਾ ਹਾਰਟ ਰੇਟ ਇਨਕਰੀਜ਼ਡ ਹੈਗਾ, ਮੀਨਸ ਕਿ ਟੈਕੀਕਾਰਡੀਆ ਆ, ਇਹ ਵੀ ਹੈਲਥ ਕੇਅਰ ਵਰਕਰ ਦੇਖੂਗਾ ਜਾਂ ਫਿਜ਼ੀਸ਼ੀਅਨ ਜਾਂ ਨਰਸ ਦੇਖੂਗੀ। ਸੋ ਇਹ ਜਿਹੜੇ ਸਾਰੇ ਸੀਗੇ, ਦੀਜ਼ ਆਰ ਦੀ ਆਬਜੈਕਟਿਵ ਫਾਈਂਡਿੰਗ, ਠੀਕ ਹੈ। ਐਂਡ ਫੈਟੀਗ ਇਜ਼ ਅ ਸਬਜੈਕਟਿਵ ਫਾਈਂਡਿੰਗ, ਜੋ ਕਿ ਆ ਕੇ ਪੇਸ਼ੈਂਟ ਰਿਪੋਰਟ ਕਰੂਗਾ। ਸੋ ਰਾਈਟ ਆਪਸ਼ਨ ਇਜ਼ ਆਪਸ਼ਨ ਏ। ਸੋ ਵਿਚ ਆਫ ਦੀ ਫੋਲੋਇੰਗ ਵਿਲ ਬੀ ਅਬਨੋਰਮਲ ਇਨ ਅ ਚਾਈਲਡ with the diagnosis of the hemophilia? So hemophilia ਸਭ ਤੋਂ ਪਹਿਲਾਂ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ, it is the X-linked disorder, ਠੀਕ ਹੈ। ਸੋ X-linked disorder ਆ। ਹੀਮੋਫੀਲੀਆ ਦੀਆਂ ਟਾਈਪਸ ਵੀ ਤੁਸੀਂ ਸੁਣੀਆਂ ਹੋਣੀਆਂ, ਹੀਮੋਫੀਲੀਆ A ਹੁੰਦਾ, ਹੀਮੋਫੀਲੀਆ B ਹੁੰਦਾ, ਠੀਕ ਹੈ। ਸੋ ਹੁੰਦਾ ਕੀ ਹੈ, ਇੱਥੇ ਕਲੌਟਿੰਗ ਫੈਕਟਰ ਦੀ ਡੈਫੀਸ਼ੀਐਂਸੀ ਹੋ ਜਾਂਦੀ ਆ। ਹੀਮੋਫੀਲੀਆ A ਨੂੰ ਆਪਾਂ ਕਲਾਸਿਕ ਹੀਮੋਫੀਲੀਆ ਵੀ ਬੋਲਦੇ ਹਾਂ, ਐਂਡ ਹੀਮੋਫੀਲੀਆ B ਨੂੰ ਆਪਾਂ ਕ੍ਰਿਸਮਸ ਹੀਮੋਫੀਲੀਆ ਬੋਲਦੇ ਹਾਂ, ਕ੍ਰਿਸਮਸ ਡਿਜ਼ੀਜ਼। ਸੋ ਜੋ ਹੀਮੋਫੀਲੀਆ A ਆ, ਦਿਸ ਇਜ਼ ਡਿਊ ਟੂ ਦਾ ਡੈਫੀਸ਼ੀਐਂਸੀ ਆਫ ਫੈਕਟਰ 8, ਠੀਕ ਹੈ। ਸੋ ਫੈਕਟਰ 8 ਦੀ ਡੈਫੀਸ਼ੀਐਂਸੀ ਦੇ ਨਾਲ ਹੁੰਦਾ ਹੀਮੋਫੀਲੀਆ A, ਐਂਡ ਫੈਕਟਰ 9 ਦੀ ਡੈਫੀਸ਼ੀਐਂਸੀ ਦੇ ਨਾਲ ਹੁੰਦਾ ਹੀਮੋਫੀਲੀਆ B, ਠੀਕ ਹੈ। ਇਹ ਵੀ ਤੁਸੀਂ ਯਾਦ ਰੱਖਣਾ ਆ। ਹੀਮੋਫੀਲੀਆ A is due to deficiency of factor 8 and hemophilia B is due to the deficiency of factor number 9, ਠੀਕ ਹੈ। ਓਕੇ, ਸੋ ਇਨ ਦਾ ਗਿਵਨ ਆਪਸ਼ਨਸ ਕਿਹੜਾ ਆਪਾਂ ਟੈਸਟ ਯੂਜ਼ ਕਰਦੇ ਹਾਂ ਫॉर द डायग्नोसिस ऑफ ਹੀਮੋਫੀਲੀਆ? द आंसर इज partial thromboplastin time. So this test measures how long it takes for the blood to clot. So अगर patient ਨੂੰ ਹੀਮੋਫੀਲੀਆ ਹੋਊਗਾ then time ज़्यादा लगूगा for the clotting. So the right option of this question is option D, partial thromboplastin time.
सो नेक्स्ट क्वेश्चन देखते हैं. नेक्स्ट क्वेश्चन इज द लीडिंग कॉज ऑफ द डायरियल डिजीज इन चाइल्डहुड इज विच ऑफ द फॉलोइंग. सो डायरियल डिजीज ਦਾ ਲੀਡਿੰਗ ਕੌਜ਼ ਤੁਸੀਂ ਦੱਸਣਾ ਸੀਗਾ. ਬਹੁਤ ਈਜ਼ੀ ਕੁਐਸਚਨ ਸੀਗਾ. ਇਹਦਾ ਆਨਸਰ ਸੀਗਾ ਆਪਸ਼ਨ ਸੀ, ਰੋਟਾ ਵਾਇਰਸ. ਸੋ ਨੈਕਸਟ ਕੁਐਸਚਨ ਦੇਖਦੇ ਹਾਂ. ਨੈਕਸਟ ਕੁਐਸਚਨ ਇਜ਼ ਵਿਚ ਆਫ ਦੀ ਫੋਲੋਇੰਗ ਕਲਾਸੀਫਿਕੇਸ਼ਨ ਆਫ ਦੀ ਮੈਡੀਕੇਸ਼ਨ ਵੁੱਡ ਵੀ ਮੋਸਟ ਆਫਨ ਯੂਜ਼ ਫॉर ਦੀ ਟ੍ਰੀਟਮੈਂਟ ਆਫ ਦੀ ਸਕਿਜ਼ੋਫਰੇਨੀਆ. ਸੋ ਸਕਿਜ਼ੋਫਰੇਨੀਆ ਦੇ ਲਈ ਆਪਾਂ ਕਿਹੜੀ ਮੈਡੀਕੇਸ਼ਨ ਇਹਨਾਂ ਚੋਂ ਯੂਜ਼ ਕਰਦੇ ਹਾਂ. ਆਪਸ਼ਨਸ ਦਿੱਤੇ ਆ ਐਂਟੀ ਡਿਪਰੈਸੈਂਟ, ਐਂਜ਼ੀਓਲਿਟਿਕਸ, ਮੂਡ ਸਟੇਬਲਾਈਜ਼ਰਸ ਐਂਡ ਨਿਊਰੋਲੈਪਟਿਕਸ. ਸੋ ਸਾਰੇ ਫੈਮੀਲੀਅਰ ਹੋਣਗੇ ਇਹਨਾਂ ਫਸਟ 3 ਆਪਸ਼ਨਸ ਦੇ ਨਾਲ. ਹੋ ਸਕਦਾ ਕਿਸੇ ਨੂੰ ਨਿਊਰੋਲੈਪਟਿਕਸ ਦਾ ਨਾਂ ਪਤਾ ਹੋਵੇ. ਸੋ ਨਿਊਰੋਲੈਪਟਿਕਸ ਇਜ਼ ਅਨਦਰ ਨੇਮ ਆਫ ਦੀ ਐਂਟੀਸਾਈਕੋਟਿਕ ਡਰੱਗਸ. ਠੀਕ ਹੈ. ਸੋ ਇੱਥੇ ਅਗਰ ਐਂਟੀਸਾਈਕੋਟਿਕਸ ਲਿਖਿਆ ਹੁੰਦਾ ਤਾਂ ਆਈਡੈਂਟੀਫਾਈ ਕਰਨਾ ਬਹੁਤ ਈਜ਼ੀ ਸੀਗਾ, ਬਿਕੋਜ਼ ਸਕਿਜ਼ੋਫਰੇਨੀਆ ਇਜ਼ ਅ ਸਾਈਕੋਟਿਕ ਡਿਸਆਰਡਰ ਐਂਡ ਸਾਈਕੋਟਿਕ ਡਿਸਆਰਡਰ ਦੇ ਟ੍ਰੀਟਮੈਂਟ ਲਈ ਆਪਾਂ ਦਿੰਦੇ ਹਾਂ ਐਂਟੀਸਾਈਕੋਟਿਕਸ. ਬਟ ਇੱਥੇ ਐਂਟੀਸਾਈਕੋਟਿਕਸ ਨਹੀਂ ਲਿਖਿਆ ਸੀਗਾ. ਇੱਥੇ ਜੋ ਅਨਦਰ ਨੇਮ ਆਫ ਐਂਟੀਸਾਈਕੋਟਿਕ ਇਜ਼ ਨਿਊਰੋਲੈਪਟਿਕ, ਉਹ ਮੈਂਸ਼ਨ ਕਰਤਾ ਸੀਗਾ. ਸੋ ਪਤਾ ਹੋਣਾ ਚਾਹੀਦਾ ਤੁਹਾਨੂੰ ਸਾਰਾ ਹੀ. ਠੀਕ ਹੈ ਕਿ ਨਿਊਰੋਲੈਪਟਿਕਸ ਦੇ ਨਾਲ ਨਾਲ ਆਪਾਂ ਐਂਟੀਸਾਈਕੋਟਿਕ ਡਰੱਗਸ ਨੂੰ ਮੇਜਰ ਟ੍ਰੈਂਕੁਲਾਈਜ਼ਰਸ ਵੀ ਬੋਲਦੇ ਹਾਂ. ਠੀਕ ਹੈ, ਮੇਜਰ ਟ੍ਰੈਂਕੁਲਾਈਜ਼ਰਸ ਵੀ ਆਪਾਂ ਐਂਟੀਸਾਈਕੋਟਿਕਸ ਨੂੰ ਹੀ ਬੋਲਦੇ ਹਾਂ. ਠੀਕ ਹੈ, ਫਿਰ ਇਹਨਾਂ ਨੂੰ ਆਪਾਂ D2 ਰਿਸੈਪਟਰ ਬਲੋਕਰਸ ਵੀ ਬੋਲਦੇ ਹਾਂ. ਠੀਕ ਹੈ, ਡੋਪਾਮਿਨ ਐਂਟਾਗੋਨਿਸਟ ਵੀ ਬੋਲਦੇ ਹਾਂ, ਜੋ ਕਿ ਮੈਂ ਤੁਹਾਨੂੰ ਲਾਸਟ ਵੀਡੀਓ 'ਚ ਵੀ ਦੱਸਿਆ ਸੀਗਾ. ਸੋ ਲਾਸਟ ਵੀਡੀਓ 'ਚ ਆਪਾਂ ਕੁਐਸਚਨ ਡਿਸਕਸ ਕੀਤਾ ਸੀਗਾ ਕਿ ਪੋਜ਼ਿਟਿਵ ਐਂਡ ਨੈਗੇਟਿਵ ਸਿੰਪਟਮਸ ਆਫ ਸਕਿਜ਼ੋਫਰੇਨੀਆ ਨੂੰ ਠੀਕ ਕਰਨ ਦੇ ਲਈ ਆਪਾਂ ਕਿਹੜੀ ਡਰੱਗ ਯੂਜ਼ ਕਰਦੇ ਹਾਂ. ਸੋ ਉੱਥੇ ਬਾਕੀ ਸਾਰੇ ਆਪਸ਼ਨਸ ਸੀਗੇ, ਬਟ ਉਹਦੇ ਨਾਲ ਇੱਕ ਡੋਪਾਮਿਨਰਜਿਕ ਆਪਸ਼ਨ ਸੀਗਾ. ਸੋ ਡੋਪਾਮਿਨਰਜਿਕ ਦਾ ਮਤਲਬ ਆ ਵਿਚ ਇਜ਼ ਰਿਲੇਟਡ ਟੂ ਦਾ ਡੋਪਾਮਿਨ. ਠੀਕ ਹੈ, ਸੋ ਡੋਪਾਮਿਨ ਐਂਟਾਗੋਨਿਸਟ ਆਪਾਂ ਯੂਜ਼ ਕਰਦੇ ਹਾਂ, ਮੀਨਸ ਕਿ D2 ਰਿਸੈਪਟਰ ਐਂਟਾਗੋਨਿਸਟ ਆਪਾਂ ਯੂਜ਼ ਕਰਦੇ ਹਾਂ ਫॉर ਦੀ ਟ੍ਰੀਟਮੈਂਟ ਆਫ ਦੀ ਸਕਿਜ਼ੋਫਰੇਨੀਆ. ਠੀਕ ਹੈ, ਸੋ ਜਿੱਥੇ ਵੀ ਡੋਪਾਮਿਨਰਜਿਕ ਆ ਜਾਏ ਜਾਂ ਡੋਪਾਮਿਨ ਐਂਟਾਗੋਨਿਸਟ ਆ ਜਾਏ ਜਾਂ ਮੇਜਰ ਟ੍ਰੈਂਕੁਲਾਈਜ਼ਰਸ ਆ ਜਾਏ, ਨਿਊਰੋਲੈਪਟਿਕਸ ਆ ਜਾਏ, ਉੱਥੇ ਉਹ ਯੂਜ਼ ਹੋਊਗਾ ਫॉर ਦੀ ਟ੍ਰੀਟਮੈਂਟ ਆਫ ਦੀ ਸਕਿਜ਼ੋਫਰੇਨੀਆ. ਮੂਡ ਸਟੇਬਲਾਈਜ਼ਰ ਤਾਂ ਆਪਾਂ ਯੂਜ਼ ਕਰਦੇ ਹਾਂ ਫॉर ਦੀ ਬਾਈਪੋਲਰ ਡਿਸਆਰਡਰ, ਲਾਈਕ ਲਿਥੀਅਮ ਯੂਜ਼ ਹੁੰਦੀ ਆ. ਐਂਜ਼ੀਓਲਿਟਿਕਸ ਦੇ ਨਾਲ ਕਦੀ ਵੀ ਸਕਿਜ਼ੋਫਰੇਨੀਆ ਠੀਕ ਨਹੀਂ ਹੁੰਦਾ. ਠੀਕ ਹੈ, ਬਿਕੋਜ਼ ਐਂਜ਼ੀਓਲਿਟਿਕਸ ਦਾ ਮੈਕੈਨਿਜ਼ਮ ਆਫ ਐਕਸ਼ਨ ਹੀ ਹੋਰ ਆ, ਜਦ ਕਿ ਸਕਿਜ਼ੋਫਰੇਨੀਆ ਦੇ ਵਿੱਚ ਲੈਵਲ ਇਨਕਰੀਜ਼ ਹੋਇਆ ਹੁੰਦਾ ਡੋਪਾਮਾਈਨ, ਸੀਰੋਟੋਨਿਨ ਐਂਡ ਅਦਰ ਨਿਊਰੋਟ੍ਰਾਂਸਮੀਟਰਸ, ਜਿਹੜਾ ਕਿ ਸਿਰਫ ਐਂਟੀਸਾਈਕੋਟਿਕਸ ਡਰੱਗਸ ਦੇ ਨਾਲ ਹੀ ਟ੍ਰੀਟ ਹੋ ਸਕਦਾ ਆ. ਸੋ ਐਂਟੀ ਡਿਪਰੈਸੈਂਟ ਆਪਾਂ ਐਜ਼ ਐਡਜਸਟੈਂਟ ਡਰੱਗਸ ਯੂਜ਼ ਕਰ ਸਕਦੇ ਹਾਂ, ਬਟ ਇਹ ਉਹਦਾ ਡਾਇਰੈਕਟ ਟ੍ਰੀਟਮੈਂਟ ਨਹੀਂ ਹੈਗਾ ਸਕਿਜ਼ੋਫਰੇਨੀਆ ਦਾ. ਸੋ ਐਂਟੀ ਡਿਪਰੈਸੈਂਟਸ ਆਰ ਯੂਜ਼ ਫॉर ਦ ਟ੍ਰੀਟਮੈਂਟ ਆਫ ਦੀ ਡਿਪਰੈਸਿਵ ਐਂਡ ਅਦਰ ਨਿਊਰੋਟਿਕ ਡਿਸਆਰਡਰਸ. ਸੋ ਠੀਕ ਹੈ ਜੀ, ਇਹਦੇ ਨਾਲ ਹੀ ਆਪਾਂ ਨੈਕਸਟ ਕੁਐਸਚਨ ਡਿਸਕਸ ਕਰਦੇ ਹਾਂ. ਅਲੱਗ ਤੋਂ ਬਾਅਦ ਵਿੱਚ ਮੈਂ ਇਹਦੇ 'ਤੇ ਸੈਪਰੇਟ ਕਲਾਸ ਲਵਾਂਗੀ. ਸਕਿਜ਼ੋਫਰੇਨੀਆ, ਐਂਟੀਸਾਈਕੋਟਿਕ ਡਰੱਗਸ, ਆਪਾਂ ਸਾਰੀਆਂ ਡਰੱਗਸ ਕਵਰ ਕਰਾਂਗੇ ਬਾਅਦ 'ਚੋਂ. ਠੀਕ ਹੈ, ਥੋਰੈਟੀਕਲ ਕਲਾਸਿਸ ਹੋਣਗੀਆਂ ਉਹ. ਸੋ ਨੈਕਸਟ ਦੇਖਦੇ ਹਾਂ. ਸੋ ਨੈਕਸਟ ਕੁਐਸਚਨ ਦੇਖਦੇ ਹਾਂ ਹੁਣ ਆਪਾਂ. ਸੋ ਨੈਕਸਟ ਕੁਐਸਚਨ ਇਜ਼ ਕੁਐਸਚਨ ਨੰਬਰ 54. A client is in acute phase of the Guillain-Barré disease. ठीक है, so GBS ਆ disease condition ਆ, is admitted with the weakness and numbness of the lower extremities along with the continual pain that worsens at night. So what would be the priority nursing diagnosis? ठीक है, so Guillain-Barré disease ਦਾ patient ਆ, weakness ਹੋ ਰਹੀ ਹੈ, numbness ਹੈਗੀ ਹੈ lower extremities ਦੇ ਵਿੱਚ, ਪੇਨ ਵਰਸਨ ਹੁੰਦੀ ਹੈ ਐਟ ਦੀ ਨਾਈਟ ਟਾਈਮ. ਐਂਡ ਇੱਥੇ ਇਸ ਕੁਐਸਚਨ ਦੇ ਵਿੱਚ ਤੁਸੀਂ ਪ੍ਰਾਇੋਰਟੀ ਨਰਸਿੰਗ ਡਾਇਗਨੋਸਿਸ ਫਾਈਂਡ ਆਊਟ ਕਰਨਾ ਸੀਗਾ. ਸੋ ਆਪਸ਼ਨ ਦਿੱਤੇ ਹੋਏ ਆ, ਫੀਅਰ ਰਿਲੇਟਡ ਟੂ ਦਾ ਅਨਸਰਟਨ ਆਊਟਕਮ ਐਂਡ ਸੀਰੀਅਸਨੈਸ ਆਫ ਦੀ ਪ੍ਰੋਬਲਮ, ਦੈਨ acute pain related to paresthesia, muscle ache and cramp. Option C is impaired spontaneous ventilation related to the progression of disease, and option D is risk for the aspiration related to the dysphagia. ਸੋ ਦੇਖੋ ਸਭ ਤੋਂ ਪਹਿਲਾਂ ਤਾਂ ਵਟ ਇਜ਼ GBS. ਸੋ GBS ਇਜ਼ ਅ ਡਿਜ਼ੀਜ਼, ਗੁਲੀਅਨ-ਬਾਰ ਡਿਜ਼ੀਜ਼ ਜੋ ਹੈਗੀ ਆ, ਗੁਲੀਅਨ-ਬਾਰ ਸਿੰਡਰਮ ਜੋ ਹੈਗਾ ਆ, ਇਟ ਇਜ਼ ਅ ਡਿਜ਼ੀਜ਼ ਇਨ ਵਿਚ ਦਾ ਇਮਿਊਨ ਸਿਸਟਮ ਅਟੈਕ ਦੀ ਨਰਵਸ. ਠੀਕ ਹੈ, ਸੋ ਨਰਵਸ ਦੇ ਉੱਤੇ ਡਾਇਰੈਕਟ ਇੰਪੈਕਟ ਹੁੰਦਾ ਇਸ ਡਿਜ਼ੀਜ਼ ਦੇ ਵਿੱਚ, ਐਂਡ ਉਸ ਕਰਕੇ ਵੀਕਨੈਸ ਐਂਡ ਟਿੰਗਲਿੰਗ ਆਫ ਐਕਸਟ੍ਰੀਮਿਟੀਜ਼ ਇਜ਼ ਅ ਫਸਟ ਸਾਈਨ. ਐਂਡ ਇਸ ਡਿਜ਼ੀਜ਼ ਦੇ ਵਿੱਚ ਹੌਲੀ ਹੌਲੀ ਇਹ ਪ੍ਰੋਗਰੈਸ ਹੁੰਦੀ ਹੈ, ਜਿਹਦੇ ਵਿੱਚ ਰੈਸਪੀਰੇਟਰੀ ਕੰਪਲੀਕੇਸ਼ਨਸ ਆਉਂਦੀਆਂ, ਬਿਕੋਜ਼ ਦਿਸ ਕੈਨ ਲੀਡ ਟੂ ਦ ਰੈਸਪੀਰੇਟਰੀ ਫੇਲੀਅਰ. ਠੀਕ ਹੈ, ਕਿਉਂਕਿ ਜੋ ਪ੍ਰੋਗਰੈਸਿਵ ਵੀਕਨੈਸ ਹੁੰਦੀ ਆ ਇਨਸਪੀਰੇਟਰੀ ਐਂਡ ਐਕਸਪਾਇਰੇਟਰੀ ਮਸਲਸ ਦੀ. ਠੀਕ ਹੈ, ਸੋ ਇੱਥੇ ਹੁਣ ਜੋ ਮੋਸਟ ਪ੍ਰਾਇੋਰਟੀ ਵਾਲਾ ਡਾਇਗਨੋਸਿਸ ਬਣੂਗਾ ਡੈਟ ਇਜ਼ ਦਾ ਇੰਪੇਅਰਡ ਸਪੌਂਟੇਨੀਅਸ ਵੈਂਟੀਲੇਸ਼ਨ. ਸੋ ਡਿਊ ਟੂ ਦ ਕੰਪਲੀਕੇਸ਼ਨ ਆਫ ਦਿਸ ਡਿਜ਼ੀਜ਼ ਜੋ ਰਾਈਟ ਆਪਸ਼ਨ ਹੋਊਗਾ ਪ੍ਰਾਇੋਰਟੀ ਨਰਸਿੰਗ ਡਾਇਗਨੋਸਿਸ ਹੋਊਗਾ, ਡੈਟ ਇਜ਼ ਦੀ ਇੰਪੇਅਰਡ ਸਪੌਂਟੇਨੀਅਸ ਵੈਂਟੀਲੇਸ਼ਨ. ਠੀਕ ਹੈ, ਬਿਕੋਜ਼ ਪੇਟੈਂਟ ਏਅਰਵੇ ਇਜ਼ ਦਾ ਫਰਸਟ ਪ੍ਰਾਇੋਰਟੀ ਫॉर these type of the patients. ਸੋ ਇਹਦੇ ਨਾਲ ਹੀ ਆਪਾਂ ਦੇਖਦੇ ਹਾਂ ਹੁਣ ਨੈਕਸਟ ਕੁਐਸਚਨ. ਦਾ ਆਨਸਰ ਆਫ ਦਿਸ ਕੁਐਸਚਨ ਇਜ਼ ਆਪਸ਼ਨ C. ਸੋ ਨੈਕਸਟ ਕੁਐਸਚਨ ਇਜ਼ a client with diagnosis of acute coronary syndrome is on cardiac monitor. So cardiac monitor the patient, and nurse interpret the monitor rhythm
टू बी वेंट्रिकुलर टैकीकार्डिया। सो पेशेंट वेंट्रिकुलर टैकीकार्डिया च जा रहा एंड द रेट इज़ 150 beats per minute. So the client is awake and coherent and oxygen is being administered at the rate of 6 liter per minute via nasal cannula. So what is the first nursing action? सो पेशेंट वेंट्रिकुलर टैकीकार्डिया च ऑक्सीजन थैरेपी ते सो हुण फर्स्ट नर्सिंग एक्शन की होना चाहिए इमीडिएटली डिफिब्रिलेट कर दो एडमिनिस्टर द लिडोकेन IV पुश देन इनिशिएट द ट्रांसवीनस पेसिंग एंड ऑप्शन D इज एडमिनिस्टर द adenosine via IV push. So here the answer of this question is option B, administer the lidocaine via IV push so that to prevent the progression of dysrhythmia into fibrillation. ठीक है, सो फिब्रिलेशन ना होवे ਉਹਦੇ ਲਈ जो फर्स्ट प्रायोरिटी ट्रीटमेंट बनूगा डैट इज द एडमिनिस्ट्रेशन ऑफ लिडोकेन IV पुश. ठीक है, डिफिब्रिलेशन नहीं करनी. डिफिब्रिलेशन विल बी नैसेसरी इफ द पेशेंट लूज कॉन्शियसनेस. ठीक है, सो इत्थे गलत ऑप्शन बन जाता. Then initiate transvenous pacing. So transvenous pacing is initiated for the spontaneous bradycardia or in case of asystole. So इत्थे ये भी ऑप्शन गलत आ. एंड ऑप्शन D हैगा एडमिनिस्टर द adenosine IV push. सो ये भी ऑप्शन इत्थे गलत आ बिकॉज adenosine इज अ ट्रीटमेंट ऑफ चॉइस फॉर सुप्रावेंट्रिकुलर टैकीकार्डिया. सो राइट ऑप्शन ऑफ दिस क्वेश्चन इज ऑप्शन B, lidocaine IV push. Okay, so with this moving toward the next question. So next question is 56. A nurse was called to see a patient with noisy breathing. She suspected the laryngospasm with stridor and occurs commonly with. So laryngospasm and stridor ਇਹਨਾਂ ਵਿੱਚੋਂ ਕਿਹੜੇ ਇਲੈਕਟ੍ਰੋਲਾਈਟ ਇੰਬੈਲੈਂਸ ਦੇ ਨਾਲ ਹੋ ਸਕਦਾ ਹੈ ਉਹ ਤੁਸੀਂ ਫਾਈਂਡ ਆਊਟ ਕਰਨਾ. ਗਿਵਨ ਆਪਸ਼ਨਸ ਆਰ ਹਾਈਪਰਕੈਲੀਮੀਆ, ਹਾਈਪਰਕੈਲਸੀਮੀਆ, ਹਾਈਪੋਕੈਲੀਮੀਆ ਔਰ ਹਾਈਪੋਕੈਲਸੀਮੀਆ. So the answer of this question is option D, that is hypocalcemia. So the severe cases of hypocalcemia जो sign and symptoms आते हैं that is the laryngospasm, then stridor, टेटनी हो सकता, हाइपोटेंशन, सीजर्स, prolonged QT interval, arrhythmia हो सकता. ठीक है, so that are the findings can be seen in the patient with hypocalcemia. And on physical examination आप जो sign report करते हैं in case of hypocalcemia that is the ट्राउजी साइन एंड चिवॉस्टिक साइन. सो ये सारे साइनस बहुत ही इंपॉर्टेंट आ. सो मैं एक वीडियो बनाई सी क्लिनिकल साइनस के उत्ते. सो मैडिकल सर्जिकल नर्सिंग एंड पीडियाट्रिक्स के जिन्ने भी इंपॉर्टेंट क्लिनिकल साइनस आ वो सारे उस वीडियो कवर आ. तुसीं एक बार वो वीडियो चैक करनी है, क्लिनिकल साइनस करके वीडियो आ वो. सो क्वेश्चन इंपॉर्टेंट आ क्लिनिकल साइन ते एक दो क्वेश्चन तो शॉर्ट बनते आ. सो वीडियो इस तो बाद तुसीं चैक कर लियो. सो नैक्सट क्वेश्चन इज if 1000 ml is to be infused over the 8 hours. So 1000 ml ਤੁਸੀਂ ਇਨਫਿਊਜ਼ ਕਰਨਾ ਆ 8 hours ਦੇ ਵਿੱਚ ਐਂਡ ਡ੍ਰੌਪ ਫੈਕਟਰ ਇੱਥੇ ਦਿੱਤਾ ਹੋਇਆ ਆ 10 drops per minute ਆ ਐਂਡ ਤੁਸੀਂ ਕੈਲਕੂਲੇਟ ਕਰਨਾ ਇੱਥੇ ਇਨਫਿਊਜ਼ਨ ਰੇਟ. ਠੀਕ ਹੈ, ਸੋ ਫਲੋ ਰੇਟ ਕੈਲਕੂਲੇਟ ਕਰਨ ਲਈ ਜੋ ਫਾਰਮੂਲਾ ਹੈਗਾ ਆਈ ਥਿੰਕ ਸਭ ਨੂੰ ਪਤਾ ਹੋਗਾ ਡੈਟ ਇਜ਼ ਵੋਲਿਊਮ ਇਨ ml ਓਵਰ ਮਿਨਟਸ ਇਨਟੂ ਡ੍ਰੌਪ ਫੈਕਟਰ. ਠੀਕ ਹੈ, ਔਰ ਜੋ ਵੀ ਆਊਗਾ ਡੈਟ ਇਜ਼ ਤੁਹਾਡਾ ਫਲੋ ਰੇਟ ਹੋਊਗਾ. ਹੁਣ ਇੱਥੇ ਵੋਲਿਊਮ ਕਿੰਨਾ ਆ 1000 ml. ਠੀਕ ਹੈ, ਸੋ 1000 ml ਹੋ ਗਿਆ इनटू ड्रॉप फैक्टर इत्थे दिता होया 10 आ. ठीक है, एंड ओवर मिनट करना. ठीक है, सो मिनट इत्थे हैगे तुहानूं 8 hours दिते हैं 8 hours इंटू 60 कर लेना तुसीं. ठीक है, और ये बनूगा अप्रॉक्सीमेटली 20.83. इनू राउंड फिगर कर दें तो 21 drops per minute आना एंड ये अकॉर्डिंग तुहाडा राइट ऑप्शन हो जाना इत्थे 21 drops per minute. So the answer of this question is option C. So with this moving towards the next question. So next question is again from the psychiatric nursing. So psychiatric nursing तो बहुत सारे questions आए सीगे इस पेपर दे विच and almost neurotic psychotic सब disorder cover सीगे. So एक question हैगा post traumatic stress disorder ते जिन्हों आपां PTSD भी बोलते हैं. So newly admitted client is diagnosed with a post traumatic stress disorder. So which behavior symptom would nurse expect to assess? ठीक है, so नाम तो ही clear आ post ट्रोमैटिक मीनस कि ट्रॉमा होने तो बाद पेशेंट नूं डिसऑर्डर अराइज हो रहा PTSD. सो की हो गया ये गिवन ऑप्शन चो आंसर तुसीं फाइंड आउट करना डिटैचमेंट और एस्ट्रेंजमेंट फ्रॉम दी अदर्स, दैन इंटेंस फियर, हेल्पलेसनेस एंड हॉरर. ऑप्शन C is diminished participation in significant activities and option D is recurrent and distressing flashbacks. सो पोस्ट ट्रोमैटिक है पेशेंट पोस्ट ट्रॉमा दे विच हैगा आ. सो उन्होंने रीअकरेंटली फ्लैशबैक्स आउणगे उस इंसीडेंट दे. ठीक है, सो इसदी डेफिनेशन च ये लाइन आ जाती हुंदी आ
PTSD includes a recurrent distressing flashback of the stressful or traumatic event. So the right answer is option D. ਸੋ ਬਹੁਤ ਈਜ਼ੀ ਕੁਐਸਚਨ ਸੀਗਾ ਇਹ ਤਾਂ। ਸੋ ਇਹਦੇ ਨਾਲ ਹੀ ਆਪਾਂ ਨੈਕਸਟ ਕੁਐਸਚਨ ਦੇਖਦੇ ਹਾਂ। ਸੋ ਨੈਕਸਟ ਕੁਐਸਚਨ ਇਜ਼ physician has ordered the parazinamide for a client with tuberculosis. So the nurse should tell the client to schedule the frequent eye examination, expect the red discoloration in his urine, then expect the dizziness and ringing in his ear. Then option D is increase the fluid intake. So answer of this question is option D, increase the fluid intake, because जो parazinamide ना this can result into gout like symptoms. So gout हो सकता है with the use of parazinamide. So उस करके जो fluid intake हैगी आ वो ज़्यादा रखनी ਹੁੰਦੀ ਆ, ठीक है। So ask the patient to increase the fluid intake. ਸੋ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਮੈਨੂੰ ਇਹ ਦੱਸਣਾ ਹੈ ਕਿ ਜੋ ਰੈੱਡ ਡਿਸਕਲਰੇਸ਼ਨ ਹੈਗੀ ਆ ਇਹ ਕਿਹੜੀ ਡਰੱਗ ਦੇਣ ਦੇ ਨਾਲ ਹੁੰਦੀ ਆ। ਸੋ ਪ੍ਰੀਵੀਅਸਲੀ ਮੈਂ ਇਹਨੂੰ ਕੁਐਸਚਨ ਨੂੰ ਡਿਸਕਸ ਕੀਤਾ ਸੀਗਾ ਆਪਣੇ ਰੈਸਪੀਰੇਟਰੀ ਸਿਸਟਮ ਦੇ NCLEX ਬੇਸਡ MCQs ਦੇ ਵਿੱਚ। ਸੋ NCLEX ਬੇਸਡ MCQs ਮੈਂ ਨਿਊਰੋਲੋਜੀਕਲ ਸਿਸਟਮ ਐਂਡ ਰੈਸਪੀਰੇਟਰੀ ਸਿਸਟਮ ਦੇ ਕਵਰ ਕੀਤੇ ਹੋਏ ਆ। ਦੈਨ ਸਾਈਕੈਟ੍ਰਿਕ ਨਰਸਿੰਗ ਦੇ ਵੀ ਮੈਂ ਟੌਪਿਕ ਵਾਈਜ਼ MCQs ਕਵਰ ਕੀਤੇ ਹੋਏ ਆ NCLEX ਬੇਸ। ਤੁਸੀਂ ਉਹ ਸਾਰੇ ਕੁਐਸਚਨ ਦੇਖ ਸਕਦੇ ਆ। ਇਸ ਐਗਜ਼ਾਮ ਲਈ ਸਪੈਸ਼ਲੀ ਉਹ MCQs ਬਹੁਤ ਇੰਪੋਰਟੈਂਟ ਰਹਿਣ ਵਾਲੇ ਆ। ਸੋ ਇਸ ਕੁਐਸਚਨ ਦਾ ਆਨਸਰ ਸੀਗਾ ਆਪਸ਼ਨ ਡੀ। ਸੋ ਇਹਦੇ ਨਾਲ ਹੀ ਆਪਾਂ ਦੇਖਦੇ ਹਾਂ ਅੱਜ ਦੀ ਵੀਡੀਓ ਦਾ ਲਾਸਟ ਕੁਐਸਚਨ। So last question is the proportion of cases of a specified disease or condition which are fatal within the specified time is called as. So fatal case ਹੈਗੇ ਆ ਕਿਸੇ disease ਦੇ within the specified time, ਉਹਨੂੰ ਕੀ ਬੋਲਾਂਗੇ ਆਪਾਂ? morbidity rate, case fatality rate, proportionate mortality ਜਾਂ death rate. So answer of this question is option B, case fatality rate. So case fatality rate is the proportion of the people who die from a specific disease among all the individuals who are diagnosed with the same disease. So ਇੰਨਾ fatal ਹੈ ਕਿ patient ਦੀ death ਹੋ ਰਹੀ ਹੈ। So ਉਹ ਹੁੰਦਾ ਹੈ case fatality rate, ਠੀਕ ਹੈ ਜੀ। Alright, so this is all about the today's video. So ਹੁਣ ਤੱਕ ਆਪਾਂ 60 questions discuss ਕਰ ਲਏ ਆ BFGHS ਦੇ, ਐਂਡ ਮੈਂ ਟਰਾਈ ਕਰ ਰਹੀ ਹਾਂ ਕਿ ਹਰ ਇੱਕ ਆਪਸ਼ਨ ਨੂੰ ਵਿਦ ਦਾ ਰੈਸ਼ਨਲ ਕਵਰ ਕੀਤਾ ਜਾਵੇ। ਸੋ ਆਈ ਹੋਪ ਤੁਹਾਨੂੰ ਵੀਡੀਓਜ਼ ਵਧੀਆ ਲੱਗ ਰਹੀਆਂ ਹੋਣਗੀਆਂ ਐਂਡ ਆਉਣ ਵਾਲੇ ਐਗਜ਼ਾਮ ਦੇ ਵਿੱਚ ਡੈਫੀਨੇਟਲੀ ਤੁਹਾਡੀ ਇਹ ਹੈਲਪ ਕਰਨਗੀਆਂ। ਸੋ ਇੱਦਾਂ ਦੇ NCLEX ਬੇਸਡ ਕੁਐਸਚਨਸ ਆਲਰੇਡੀ ਇਸ ਚੈਨਲ 'ਤੇ ਪਏ ਹੋਏ ਆ, ਠੀਕ ਹੈ। ਕੁਝ ਟੌਪਿਕ ਵਾਈਜ਼ ਹੈਗੇ ਆ, ਸਬਜੈਕਟ ਵਾਈਜ਼ ਹੈਗੇ ਆ। ਯੂ ਕੈਨ ਚੈੱਕ ਆਲ ਡੈਟ ਵੀਡੀਓਜ਼ ਐਂਡ ਸਪੈਸ਼ਲੀ ਚੈੱਕ ਦਾ ਗੋਲਡਨ ਪੁਆਇੰਟਰਸ ਵਿਚ ਆਈ ਪ੍ਰੀਪੇਅਰਡ ਫॉर ਦੀ NORCET ਏਮਸ, ਠੀਕ ਹੈ। ਸੋ ਸਾਰੇ ਉਹ ਇੰਪੋਰਟੈਂਟ ਹੈਗੇ ਆ। ਸੋ ਆਪਣੀਆਂ ਸਾਰੀਆਂ ਵੀਡੀਓਜ਼ ਤੁਸੀਂ ਉਹ ਦੇਖ ਲਿਓ, ਠੀਕ ਹੈ। ਮੋਸਟ ਆਫ ਦਾ ਜੋ ਵੀ ਇੰਪੋਰਟੈਂਟ ਸਟੱਫ ਹੈਗਾ ਉਹ ਤੁਹਾਡਾ ਵੀਡੀਓਜ਼ ਦੇ ਥਰੂ ਕਵਰ ਹੋ ਜਾਊਗਾ। ਸੋ ਚਲੋ ਅੱਜ ਦੀ ਵੀਡੀਓ ਨੂੰ ਆਪਾਂ ਇੱਥੇ ਹੀ ਖਤਮ ਕਰਦੇ ਹਾਂ। ਸੋ ਨੈਕਸਟ ਕੁਐਸਚਨ ਦੇ ਨਾਲ ਆਪਾਂ ਕੱਲ੍ਹ ਦੀ ਵੀਡੀਓ 'ਚ ਡਿਸਕਸ ਕਰਾਂਗੇ। ਸੋ ਸਟੇ ਟਿਊਨਡ ਵਿਦ ਨਰਸਿੰਗ ਸਕੋਪ ਐਂਡ ਥੈਂਕ ਯੂ ਸੋ ਮਚ ਫॉर ਵਾਚਿੰਗ।